ਲਾਉਣ ਤੋਂ ਪਹਿਲੇ ਇੱਕ ਦਿਨ ਪਹਿਲੇ ਦੀ ਗੱਲ ਹੈ ਕਿ ਮੈਂ 2 ਘੰਟੇ ਲਈ ਬਾਹਰ ਘੁੰਮਣ ਫਿਰਨ ਵਾਸਤੇ ਗਿਆ। ਠੀਕ ਹੈ, ਵਾਪਸ ਆਇਆ। ਠੀਕ ਹੈ, ਉਹਨੇ ਮੁੰਡਾ ਵਾੜਿਆ ਸੀ। ਅੱਛਾ ਠੀਕ ਹੈ, ਅੱਛਾ ਮੁੰਡਾ ਵਾੜਿਆ। ਮੈਂ ਅੰਦਰ ਗਿਆ ਮੈਂ, ਜਦੋਂ ਦਰਵਾਜ਼ਾ ਖੁੱਲਿਆ ਸੀ ਬਾਹਰਲਾ ਲੋਕ ਨਹੀਂ ਸੀ ਉਹਨਾਂ ਨੇ ਕੀਤਾ, ਜਾਂ ਉਹਨਾਂ ਨੂੰ ਭੁੱਲ ਗਿਆ ਜਾਂ ਕੀ ਮੈਨੂੰ ਨਹੀਂ ਪਤਾ। ਠੀਕ ਹੈ, ਬਾਹਰਲੀ ਗਲੀ ਬਣੀ ਹੈ। ਠੀਕ ਹੈ, ਇੱਕ ਦਰਵਾਜ਼ਾ ਸਾਡਾ ਬਾਹਰਲਾ, ਇੱਕ ਅੰਦਰਲਾ ਹੈਗਾ। ਠੀਕ ਹੈ ਠੀਕ ਹੈ, ਬਾਹਰਲਾ ਦਰਵਾਜ਼ਾ ਉਹਨਾਂ ਨੇ ਲੋਕ ਨਹੀਂ ਸੀ ਕੀਤਾ, ਮੈਂ ਇਸ ਤਰ੍ਹਾਂ ਦਰਵਾਜ਼ਾ ਖੋਲ੍ਹਿਆ। ਥੋੜੀ ਘੰਟੇ ਬਾਅਦ ਗਿਆ, 2 ਘੰਟਿਆਂ ਬਾਅਦ। ਠੀਕ ਹੈ, ਜਦੋਂ ਗਿਆ ਜਾ ਕੇ ਮੈਂ ਦਰਵਾਜ਼ਾ ਖੋਲ੍ਹਿਆ, ਵੇਖਿਆ ਤੇ ਕਿਸਮ ਵਗੈਰਾ ਕਰ ਰਹੇ ਸੀ। ਅੱਛਾ ਕੌਣ ਸੀ ਮੁੰਡਾ? ਮੁੰਡੇ ਨੂੰ ਮੈਂ ਨਹੀਂ ਜਾਣਦਾ। ਨਹੀਂ ਜਾਣਦਾ? ਨਹੀਂ, ਪਿੱਛੋਂ ਅਗਰ ਮੈਂ 4 ਬੁੱਢੀਆਂ ਜਿਹੜੀਆਂ 5 ਲਿਖਵਾਈਆਂ ਹੈ ਨਾ, ਉਹ ਅਗਰ ਆਈਆਂ ਉਹਨਾਂ ਕੋ ਪੁੱਛ ਦੱਸ ਹੋ ਜਾਵੇ ਸਹੀ ਤਰੀਕੇ ਦੇ ਨਾਲ, ਤੇ ਉਹ ਮੁੰਡੇ ਵੀ ਲੱਭ ਜਾਣਗੇ ਤੇ ਸਭ ਕੁਝ ਹੋ ਜਾਏਗਾ। ਮੁੰਡਾ ਇਲਾਕੇ ਦਾ ਨਹੀਂ ਸੀ, ਪਿੰਡ ਤੋਂ ਆਇਆ ਸੀ ਪਿੱਛੋਂ? ਜੀ, ਪਿੱਛੋਂ ਆਇਆ ਸੀ। ਜੀ ਜੀ। ਅੱਛਾ, ਅਗਰ ਉਹ ਬੁੱਢੀਆਂ ਜਿਹੜੀਆਂ ਮੈਂ ਮੁੰਡੇ ਲਿਖਵਾਈਆਂ, ਨੂੰ ਫੜਿਆ ਨਹੀਂ ਤੂੰ? ਮੈਂ ਦੱਸਣ ਲੱਗਾ, ਮੈਂ ਮੁੰਡੇ ਨੂੰ ਵੇਖਿਆ? ਜੀ, ਵੇਖ ਲਿਆ ਉਹਨਾਂ ਨੂੰ ਦੋਨਾਂ ਵੇਖਦਿਆਂ ਨਾਲ। ਤੇ ਫੜਿਆ ਨਹੀਂ ਮੁੰਡੇ? 1 ਮਿੰਟ ਸਰ ਜੀ, ਮੈਂ ਦੱਸਣ ਲੱਗਾ। ਹਾਂ ਦੱਸ। ਮੈਂ ਉਹਦੇ ਕੋਲ ਗਿਆ, ਮੈਂ ਜਾ ਕੇ ਇਸ ਤਰ੍ਹਾਂ ਫੜਨ ਲੱਗਾ, ਉਹਨਾਂ ਦੋਨਾਂ ਨੇ ਮੈਨੂੰ ਰਲ ਕੇ ਧੱਕਾ ਮਾਰਿਆ। ਮੈਂ ਪਲੰਗ ਦੇ ਉੱਤੇ ਡਿੱਗਿਆ, ਡਿੱਗਦਿਆਂ ਨਾਲ ਹੀ ਉਸ ਕੁੜੀ ਨੇ, ਲੋਹੇ ਦਾ ਦਰਵਾਜ਼ਾ ਸੀ, ਬਾਹਰੋਂ ਕੁੰਡੀ ਲਾ ਦਿੱਤੀ। ਕੁੜੀ ਨੇ ਕੁੰਡੀ ਲਾਤੀ? ਕੁੜੀ ਨੇ ਜਾਂ ਮੁੰਡੇ ਨੇ, ਜਿੰਨੇ ਵੀ ਲਾਈ ਮੈਨੂੰ ਨਹੀਂ ਪਤਾ, ਕਿਉਂਕਿ ਮੈਂ ਤੇ ਡਿੱਗ ਪਿਆ ਸੀ ਪਲੰਗ ਦੇ ਉੱਤੇ, ਲੰਮੇ ਪੈ ਕੇ ਮੇਰਾ ਲੱਕ ਵੱਜਿਆ। ਠੀਕ ਹੈ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਕੁੰਡੀ ਲਾਈ, ਲੋਹੇ ਦਾ ਦਰਵਾਜ਼ਾ ਸੀ, ਮੈਂ ਲੋਹੇ ਦੇ ਦਰਵਾਜ਼ੇ ਨੂੰ ਥੱਲੋਂ ਫੜਿਆ ਤੇ ਇਸ ਤਰ੍ਹਾਂ 2-3 ਵਾਰੀ ਹਿਲਾਇਆ, ਵਿੰਗਾ ਹਲੇ ਵੀ ਹੋਇਆ ਹੋਣਾ। ਅੱਛਾ ਠੀਕ ਹੈ, ਉਹ ਵਿੰਗਾ ਹੋ ਕੇ ਅੱਲਾ ਤਵੱਕਲ ਹੀ ਉਹ ਕੁੰਡੀ ਖੁੱਲ ਗਈ। ਠੀਕ ਹੈ, ਉਨੀ ਦੇਰ ਨੂੰ ਉਹ ਦੋਨੋਂ ਨੱਸ ਗਏ ਬਾਹਰ ਗਲੀ ਚੋਂ। ਮੇਰੀ ਬੇਗਮ ਵੀ ਨੱਸ ਗਈ, ਉਹ ਵੀ ਨੱਸ ਗਏ। ਮੈਂ ਕਿਹੜੇ ਪਾਸਿਓਂ ਨੱਸੇ? ਉਹ ਗਲੀ ਤੋਂ ਬਾਹਰ 2 ਦਰਵਾਜ਼ੇ ਲੱਗਦੇ ਸੀ ਜੀ। ਤੂੰ ਇੱਕ ਦਰਵਾਜ਼ੇ ਤੋਂ ਵੜਿਆ, ਉਹ ਦੂਸਰੇ ਜਿਹੜਾ ਦਰਵਾਜ਼ਾ ਨਹੀਂ ਇਹ ਵੇਖੋ ਨਾ, ਇਹ ਬਾਹਰਲਾ ਦਰਵਾਜ਼ਾ ਹੈ ਨਾ, ਇਹ ਦਰਵਾਜ਼ਾ ਖੋਲਿਆ ਤੇ ਅੰਦਰਲਾ ਜਿਹੜਾ ਦਰਵਾਜ਼ਾ ਉਹ ਤੇ ਵੈਸੇ ਹੀ ਉਹਨਾਂ ਨੇ ਖੋਲਿਆ ਸੀ। ਠੀਕ ਹੈ, ਉਹ ਜਦੋਂ ਸਾਹਮਣੇ ਮੈਂ ਉਹਨਾਂ ਕੋਲ ਗਿਆ ਵਾਂ, ਠੀਕ ਹੈ, ਪਲੰਗ ਦੇ ਇਸ ਸਾਈਡ ਵੱਲ ਖੜੇ ਸੀ। ਠੀਕ ਹੈ, ਮੈਂ ਜਾ ਕੇ ਵੇਖਿਆ ਤੇ ਉਹ ਇਸ ਤਰ੍ਹਾਂ ਕਰਕੇ ਕਰ ਰਹੇ। ਮੈਂ ਜਾ ਕੇ ਉਸ ਮੁੰਡੇ ਨੂੰ ਇਸ ਤਰ੍ਹਾਂ ਮੈਂ ਗਾਲ ਕੱਢੀ, ਮੈਂ ਕਿਹਾ ਕੀ ਕਰ ਰਹੇ ਹੈਗਾ ਇਸ ਤਰ੍ਹਾਂ ਕਰਕੇ। ਉਹ ਅੱਗੋਂ ਮੈਨੂੰ ਇੰਜ ਵੱਖੀ ਪਿਆ, ਇਹਨਾਂ ਦੋਨਾਂ ਨੇ ਇਸ ਤਰ੍ਹਾਂ ਧੱਕਾ ਮਾਰਿਆ, ਮੈਂ ਪਲੰਗ ਦੇ ਉੱਤੇ ਡਿੱਗਾ, ਮੇਰਾ ਲੱਕ ਵੱਜਿਆ। ਠੀਕ ਹੈ, ਮੈਂ ਲੰਮੇ ਪੈ ਉੱਥੇ ਹੀ ਇਸ ਤਰ੍ਹਾਂ ਡਿੱਗਾ। ਡਿੱਗ ਕੇ ਮੈਂ ਫਿਰ ਉੱਠਣ ਦੀ ਕੋਸ਼ਿਸ਼ ਕਰਦਾ, ਇੰਨੀ ਦੇਰ ਨੂੰ ਉਹਨਾਂ ਨੇ ਕੁੰਡੀ ਬਾਹਰ ਲਾ ਦਿੱਤੀ। ਅੱਛਾ ਠੀਕ ਹੈ, ਗਾਲਾਂ ਕੱਢ ਕੇ ਤੇ ਦੋਨੋਂ ਨੂੰ ਨੱਸ ਗਏ ਨੇ। ਮੈਂ ਉਹਨਾਂ ਦੇ ਮਗਰ ਨੱਸਿਆ। ਅੱਛਾ ਠੀਕ ਹੈ, ਉਸ ਗਲੀ ਦੇ ਮਗਰ ਮੈਂ ਨੱਸਿਆ। ਨੱਸ ਕੇ ਜਦੋਂ ਵੇਖਿਆ ਮੁੰਡਾ ਅੱਗੇ ਪਿੱਛੇ 2 ਗਲੀਆਂ ਹੋ ਗਿਆ, ਉਹ ਮੁੰਡੇ ਦਾ ਪਤਾ ਨਹੀਂ ਲੱਗਾ। ਬੇਗਮ ਮੇਰੀ ਸਿੱਧੇ ਰਾਹ ਆ ਰਹੀ ਸੀ ਜਿਸ ਗਲੀ ਤੋਂ, ਕਿਉਂਕਿ ਉਹਨੂੰ ਇੰਨਾ ਨਹੀਂ ਸੀ ਪਤਾ ਪਿੰਡ ਦੀ ਸੀ। ਠੀਕ ਹੈ, ਕਿੰਨੀ ਦੇਰ ਤੇਰੇ ਤੋਂ ਰਹਿ ਰਹੀ ਸੀ ਤੇਰੇ ਨਾਲ? ਮੇਰੇ ਕੋਲ 2 ਸਾਲ ਰਹਿ ਰਹੀ ਤੇ ਸੀ। 2 ਸਾਲ ਚ ਉਹਨੂੰ ਗਲੀਆਂ ਦਾ ਨਹੀਂ ਪਤਾ ਲੱਗਾ? ਲੇਕਿਨ ਮੈਂ ਇੰਨਾ ਕਮਾਇਆ ਨਹੀਂ ਨਾ ਸੀ, ਤੇ ਆਪਣੇ ਆਪ ਹੀ ਫਿਰ ਜੋ ਮੈਂ ਛੱਡ ਕੇ ਆਂਦਾ ਸੀ, ਲੈ ਕੇ ਆਂਦਾ ਸੀ। ਨਹੀਂ ਤੇਰੇ ਬਕੋਲ ਕੇ ਮਤਲਬ ਉਹ ਆਮ ਖਾਤੂਨ ਤੇ ਹੈ ਨਹੀਂ ਸੀ, ਮਤਲਬ ਲੇਕਿਨ ਲੋਕਾਂ ਨੂੰ ਵੀ ਮਿਲ ਲੈਂਦੀ ਸੀ, ਕੰਮ ਵੀ ਕਰਦੀ ਸੀ। ਉਹ ਸਰ ਜੀ ਆਪਣੇ ਮਾਮੂ ਘਰ ਜਾ ਰਹੀ ਸੀ, ਸਿੱਧਾ ਡਾਇਰੈਕਟ ਉਹਦੇ ਮਾਮੂ ਦੀ ਘਰ ਦੀ ਗਲੀ ਇਸ ਤਰ੍ਹਾਂ ਬਾਹਰ ਨਿਕਲ ਕੇ ਉਹ ਸਿੱਧੀ ਖਾੜਕ ਬਾਜ਼ਾਰ ਦੀ ਗਲੀ ਇਸ ਤਰ੍ਹਾਂ ਸਿੱਧੀ ਜਾ ਰਹੀ ਸੀ। ਉਹ ਆਪਣੇ ਮਾਮੂ ਘਰ ਨੱਸ ਕੇ ਜਾ ਰਹੀ ਸੀ। ਫਿਰ ਠੀਕ ਹੈ, ਉਹਨੇ ਮਗਰ ਮੈਂ ਨੱਸਿਆ। ਅੱਛਾ ਠੀਕ ਹੈ, ਜਦੋਂ ਨੱਸਿਆ ਤੇ ਉਹ ਮੈਨੂੰ ਉਹਨਾਂ ਕੁੜੀ ਮੇਰੀ ਜਿਹੜੀ ਬੇਗਮ ਹੈ ਉਹ ਫੜੀ ਗਈ। ਜਦੋਂ ਫੜੀ ਹੈ, ਸਬਜ਼ਾਜ਼ਾਰ ਦੀ ਪੁਲਿਸ ਖੜੀ ਸੀ ਉੱਥੇ ਡਾਲਾ। ਕਿਹਦੇ ਕੋ ਫੜੀ ਗਈ? ਤੂੰ ਫੜ ਲਈ? ਮੈਂ ਫੜੀ। ਅੱਛਾ, ਸਬਜ਼ਾਜ਼ਾਰ ਦਾ ਡਾਲਾ ਖੜਾ ਸੀ ਪੁਲਿਸ ਵਾਲਾ। ਫਿਰ ਠੀਕ ਹੈ, ਉਸ ਪੁਲਿਸ ਵਾਲੇ ਨੇ ਉਸੇ ਟਾਈਮ ਰੋਕ ਲਿਆ। ਓਏ ਆ ਕੀ ਕਰ ਰਹੇ ਆ ਕੁੜੀ ਦੇ ਨਾਲ, ਆ ਕੀ ਕਰ ਰਹੇ ਆ? ਮੈਂ ਕਿਹਾ ਸਰ ਜੀ ਮੇਰੀ ਬੇਗਮ ਹੈਗੀ, ਕੁਛ ਨਹੀਂ ਕਰ ਰਿਹਾ ਹੈਗਾ। ਉਹ ਕਹਿੰਦੀ ਨਹੀਂ ਸਰ ਜੀ ਇਹਨੇ ਮੈਨੂੰ ਮਾਰਨਾ, ਇੰਜ ਕਰਨਾ, ਫਲਾਨ ਕਰਨਾ। ਮੈਂ ਕਿਹਾ ਸਰ ਜੀ ਕੁਛ ਵੀ ਨਹੀਂ ਮੈਂ ਕਰਨਾ ਹੈਗਾ। ਸਰ ਜੀ ਮੈਂ ਤੁਹਾਨੂੰ ਇਹਦੀ ਛੋਟੀ ਜਿਹੀ ਗੱਲ ਦੱਸਦਾ ਤੇ ਤੁਸੀਂ ਆਪ ਹੀ ਇਹਦੇ ਮੂੰਹ ਤੇ ਚੰਡਾ ਮਾਰਨ ਲੱਗ ਗਏ। ਉਹਨੇ ਕਿਹਾ ਕਿਸ ਵਜ੍ਹਾ ਤੋਂ? ਅੱਛਾ, मैं क्या सर जी इस तरह करके करा के आई है तो झूठ बोलन दी है, नहीं ये मुझे मारेगा, छोड़ ये ऐसे करेगा, नहीं वो रिक्शे स्टैंड वाला भी गवाह है सामने। अच्छा ठीक है, नहीं ये मुझे मारेगा, ऐसे करेगा, नहीं। मैं क्या सर जी आप टेंशन ना लें, मैं इसे कुछ नहीं कहूँगा, इसके माँ प्यो के पास इसको छोड़ूंगा। ठीक है, आप टेंशन ना लें। उसी टाइम उन्हें कहा चलो सुलह करो। सुलह की उस पुलिस वाले के सामने जफ्फी पवाई। उस पुलिस वाले ने इंस्पैक्टर ने जफ्फी पवाई साढ़े सामने गली दे विच खलो। हाँ जी, जफ्फी पै गई। अच्छा ठीक है, कोई रोला नहीं। कदों दी गल है? उस तो 1 दिन पहले दी गल। ਜਦੋਂ ਤੂੰ ਉਹਨੂੰ ਮਾਰਿਆ ਉੱਤੇ? मारन तो 1 दिन पहले। अच्छा ਫਿਰ ਸੁਲਾਹ ਹੋ ਗਈ, ਜੱਫੀ ਪਵਾਈ, ਸਭ ਕੁਝ ਕੀਤਾ ਕਰਕੇ। ਉਸ ਤੋਂ ਬਾਅਦ ਉਹਨੇ ਪੁਲਿਸ ਵਾਲੇ ਨੇ ਕਿਹਾ ਤੁਸੀਂ ਨਾ ਹੁਣ ਚੁੱਪ ਕਰਕੇ ਚਲੇ ਜਾਓ। ਉਤਲੀ ਬੁੱਢੀ ਥੱਲੇ ਲੱਥੀ ਹੈ ਤੇ ਉਹਨੇ ਮੈਨੂੰ ਦੱਸਿਆ ਕਿ 2 ਮੁੰਡੇ ਆਏ ਸੀ, ਇੱਕ ਨਹੀਂ ਸੀ ਆਏ। ਨਹੀਂ ਉਦੋਂ ਹੀ? ਉਦੋਂ। ਅੱਛਾ, ਤੂੰ ਇਹਨੂੰ ਰਾਤ ਦਾ ਕੁੱਟ ਰਿਹਾ ਜਾਂ ਬੋਲ ਰਿਹਾ ਜਾਂ ਕੀ ਕਰ ਰਿਹਾ ਨਾ, ਤੇ ਮੈਂ ਇਹਨੂੰ ਆਪਣੀਆਂ ਅੱਖਾਂ ਨਾਲ ਵੇਖਿਆ। ਇੱਕ ਬੰਦਾ ਨਹੀਂ ਸੀ ਆਇਆ, 2 ਬੰਦੇ ਆਏ ਸੀ ਜਦੋਂ ਤੂੰ ਗਿਆ ਸੀ। ਇਹ ਉਹ ਉਤਲੀ ਕਿਰਾਏਦਾਰ ਨਹੀਂ? ਉਹਦਾ ਕੀ ਨਾਮ ਹੈ? ਉਹਦਾ ਨਾਮ ਨਹੀਂ ਮੈਨੂੰ ਪਤਾ ਹੈਗਾ, ਬਾਕੀ ਉਹ ਵੀ ਹੈ। ਠੀਕ ਨਹੀਂ ਗਈ ਉਹ ਵੀ? ਹਾਂਜੀ। ਅੱਛਾ ਫਿਰ ਇਹਨਾਂ ਦੀ ਬੰਦੀ ਸੀ ਆਪਸ ਵਿੱਚ? ਹਾਂਜੀ ਬੰਦੀ ਸੀ ਆਪਸ ਵਿੱਚ, ਪਹਿਲੇ ਬਣੀ ਸੀ। ਦੋਸਤ ਹੈਗੀ? ਹਾਂਜੀ। ਅੱਛਾ, ਉਹ ਵੀ ਸ਼ਾਦੀशुदा ਹੈ? ਹਾਂਜੀ। ਅੱਛਾ,
ਠੀਕ ਹੈ ਫਿਰ ਠੀਕ ਹੈ ਉਹਨੇ ਮੈਨੂੰ ਦੱਸਿਆ ਠੀਕ ਹੈ 2 ਇਸ ਤਰ੍ਹਾਂ ਕਰਕੇ ਆਏ ਸੀ ਮੁੰਡੇ ਠੀਕ ਹੈ। ਉਸ ਤੋਂ ਬਾਅਦ ਸਰ ਜੀ ਮੇਰਾ ਹੋਰ ਗਰਮ ਦਿਮਾਗ ਹੋ ਗਿਆ। ਮੈਂ ਜੋ ਚੀਨੀ ਲੈ ਕੇ ਆ ਗੱਲ ਦੁੱਧ ਪਿਆ ਲਿਆ। ਮੈਂ ਉਹਨੂੰ ਪੁੱਛਿਆ ਤੂੰ ਇੱਕ ਮੁੰਡਾ ਨਹੀਂ 2 ਮੁੰਡੇ ਵਾੜੇ ਨੇ, ਦੱਸ ਕਿਹੜੇ ਮੁੰਡੇ ਵਾੜੇ ਜੀ? ਉਹਨੇ ਨਹੀਂ ਦੱਸਿਆ ਸਰ ਜੀ। ਉਸ ਤੋਂ ਬਾਅਦ ਸਾਡੀ ਆਪਸ 'ਚ ਮੂੰਹ ਮਾਰੀ ਹੋ ਗਈ। ਠੀਕ ਹੈ ਮੂੰਹ ਮਾਰੀ ਹੋਣ ਤੋਂ ਬਾਅਦ ਮੈਂ ਉਹਨੂੰ ਫਿਰ ਕੁੱਟਣਾ ਸ਼ੁਰੂ ਕੀਤਾ। ਚਪੇਟਾਂ ਵੇਲੇ ਮੈਂ ਮਾਰੀਆਂ। ਮੈਂ ਕਿਹਾ ਤੂੰ ਇਸ ਤਰ੍ਹਾਂ ਨਹੀਂ ਦੱਸਣਾ ਤੇ ਫਿਰ ਮੈਂ ਦੂਸਰੇ ਤਰੀਕੇ ਨਾਲ ਤੇਰੇ ਕੋਲ ਮੈਂ ਪੁੱਛਦਾ ਤੂੰ ਇਸ ਤਰ੍ਹਾਂ ਦੱਸੇਂਗੀ। ਅੱਛਾ ਮੈਂ ਚਪੇਟਾਂ ਮਾਰੀਆਂ ਠੀਕ ਹੈ। ਚਪੇਟਾਂ ਮਾਰਨ ਤੋਂ ਬਾਅਦ ਸਰ ਜੀ ਨਹੀਂ ਦੱਸਿਆ। ਫਿਰ ਮੈਂ ਡੰਡਾ ਫੜ ਲਿਆ ਲੱਕੜ। ਅੱਛਾ ਲੱਕੜ ਫੜਨ ਤੋਂ ਬਾਅਦ ਮੈਂ ਲੱਕੜਾਂ ਮਾਰੀਆਂ। ਉਹ ਜਿਹੜੀ ਲੱਕੜ ਥੱਲੇ ਲਾਈ ਦੀ ਉਹ ਮਾਰੀ ਹੈ। ਮਾਰਨ ਤੋਂ ਬਾਅਦ ਨਹੀਂ ਬੋਲੀ ਠੀਕ ਹੈ। ਫਿਰ ਮੈਂ ਉਸ ਤੋਂ ਬਾਅਦ ਸਰ ਜੀ ਪੈਂਪ ਫੜਿਆ ਸੂਈ ਗੈਸ ਵਾਲਾ ਉਹ ਮਾਰਿਆ ਠੀਕ ਹੈ। ਫਿਰ ਮੈਂ ਥੋੜੀ ਫੜੀ ਉਹਦੇ ਲੱਕ 'ਚ ਮਾਰੀ ਸੀ 2-3 ਵਾਰੀ। ਥੋੜੀ ਹਾਂਜੀ। ਜ਼ੋਰ ਦੀ ਨਹੀਂ ਹਾਂ। ਇੰਨੀ ਵੀ ਨਹੀਂ ਜ਼ੋਰ ਦੀ ਆਸਤਾ ਮਾਰੀ ਆਸਤਾ। ਕਿ ਮੈਂ ਕਿਹਾ ਮੰਨੇਗੀ। ਕਿੱਲ ਫੜਿਆ ਨਾਲ ਕੇ ਖਾਲੀ ਥੋੜੀ? ਕਿੱਲ ਨਹੀਂ ਟੁਰ ਪਿਆ ਅੱਛਾ ਕਿੱਲ ਨਹੀਂ ਅੱਲਾਹ ਅੱਛਾ ਥੋੜੀ ਮਾਰੀ ਅੱਛਾ ਠੀਕ ਹੈ। ਫਿਰ ਇੱਕ ਸਰ ਜੀ ਉਹ ਜਿਹੜਾ ਆਪਣਾ ਕੁੰਡੀ ਡੰਡਿਆਂ ਵਾਲਾ ਡੰਡਾ ਹੁੰਦਾ ਹੈ ਉਹ ਮਾਰਿਆ। ਅੱਛਾ ਮੁxtਲਿਫ ਔਜ਼ਾਰ ਬਦਲਦਾ ਰਿਹਾ ਤੂੰ? ਜੀ ਅੱਛਾ ਫਿਰ 4000 ਸੀ ਜਿਨ੍ਹਾਂ ਨਾਲ ਮੈਂ ਉਹਨੂੰ ਮਾਰਿਆ ਅੱਛਾ ਠੀਕ ਹੈ। ਉਹਦੀਆਂ ਲੱਤਾਂ ਵੀ ਤੋੜੀਆਂ ਸੀ ਅੱਛਾ ਠੀਕ ਹੈ। ਉਹ ਕहीं ਤੋੜੀਆਂ? ਇਸ ਤਰ੍ਹਾਂ ਹੀ ਮਾਰ ਕੇ ਅੱਛਾ ਠੀਕ ਹੈ। ਤੇ ਚੀਖਾ ਮਾਰ ਰਹੀ ਸੀ ਹਾਂਜੀ। ਕਿ ਮੂੰਹ ਬੰਦ ਤਾਂ ਸੀ? ਨਹੀਂ ਮੂੰਹ ਨਹੀਂ ਮੈਂ ਬੰਨਿਆ, ਮੂੰਹ ਖੋਲਿਆ ਸੀ, ਆਵਾਜ਼ ਵੀ ਕੱਢ ਰਹੀ ਤੇ ਸੀ। ਲੋਕ ਨਹੀਂ ਆਏ, ਜਮਾ ਨਹੀਂ ਆਏ? ਨਹੀਂ ਕੋਈ ਲੋਕ ਨਹੀਂ ਆਇਆ, ਕਿਸੇ ਨੇ ਵੀ ਨਹੀਂ ਛੜਾਇਆ। ਨਾਲ ਦੇ ਵੀ ਸੁਣ ਰਹੇ ਸੀ, ਉਤਲੇ ਵੀ ਸੁਣ ਰਹੇ ਸੀ, ਸਾਰੇ ਸੁਣ ਰਹੇ ਸੀ। इस्त्री से जिस्म को जलाया गया, कमर से गोश्त का लोथड़ा काटा गया, जगह जगह कील खबोए गए, मगर उस बेजुमीर मोहल्ले के किसी भी शख्स ने महविश की पुकार नहीं सुनी। आखिर उस दिन उस मोहल्ले वालों की गैरत कहाँ चली गई? तू मारदा रहा? कोई कितनी नहीं। देर तक मारदा रहा? तकरीबन कोई 10 घंटे मैं ਉਹਦੇ ਨਾਲ 10 ਘੰਟੇ ਮਾਰਦਾ ਰਿਹਾ? ਸ਼ਾਮ ਤੱਕ। ਫਿਰ ਸ਼ਾਮ 6 ਵਜੇ ਨੇ ਸਰ ਜੀ ਮੈਂ ਉਹਦਾ ਗਲਾ ਦਬਾ ਕੇ ਉਹਨੂੰ ਮਾਰ ਦਿੱਤਾ। ਮੈਨੂੰ ਸੋਚ ਆਈ ਕਿ ਮੈਂ ਕਿਸੇ ਦੋਸਤ ਕੋ ਮਸ਼ਵਰਾ ਲੈਣਾ ਕਿ ਇਹ ਜ਼ਿੰਦਾ ਹੈ ਜਾਂ ਮਰ ਗਈ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿਉਂਕਿ ਹੱਥ ਪੈਰ ਤੇ ਪੀਲੇ ਪੈ ਗਏ ਸੀ। ਇੰਨੀ ਮੈਨੂੰ ਸਮਝ ਨਹੀਂ ਸੀ ਹੈਗਾ ਕਿ ਕਿਵੇਂ ਪਤਾ ਲੱਗਣਾ ਹੈ? ਹਾਂਜੀ ਮੈਂ ਸਰ ਜੀ ਇੱਕ ਆਪਣੇ ਦੋਸਤ ਕੋਲ ਗਿਆ ਵਾਂ ਠੀਕ ਹੈ। ਉਹਨੂੰ ਦੋਸਤ ਆਪਣੇ ਨੂੰ ਲੈ ਕੇ ਆਇਆ ਵਾਂ। ਕੌਣ ਚੈੱਕ ਕਰਾਇਆ? ਹਾਂਜੀ ਉਹਨੂੰ ਮੈਂ ਚੈੱਕ ਕਰਵਾਇਆ ਠੀਕ ਹੈ। ਉਹਨੂੰ ਮੈਂ ਕਿਹਾ ਕਿ ਯਾਰ ਚੈੱਕ ਕਰ। ਉਹਨੇ ਚੈੱਕ ਕੀਤੀ ਹੈ। ਉਹਨੇ ਪਹਿਲੇ ਕਿਹਾ ਕਿ ਮਜ਼ਾਕ ਕਰ ਰਹੀ ਹੈਗੀ, ਹੱਸ ਰਹੀ ਹੈਗੀ, ਇਹ ਕੋਈ ਨਹੀਂ ਹੈ, ਮਰੀ ਮੁਰੀ ਨਹੀਂ ਹੈਗੀ। ਮੈਂ ਕਿਹਾ ਫਿਰ ਸੋਚ ਲੈ। ਕਹਿੰਦਾ ਫਿਰ ਉਹਨੇ ਉਹਨੀਆਂ ਨਾੜਾਂ ਵਗੈਰਾ ਸਾਰਾ ਕੁਝ ਚੈੱਕ ਕੀਤਾ। ਚੈੱਕ ਕਰਨ ਤੋਂ ਬਾਅਦ ਸਰ ਜੀ ਉਹਨੇ ਵੇਖਿਆ ਕਿ ਉਹਨੇ ਕਿਹਾ ਨਹੀਂ ਵੀ ਇਹ ਮਰ ਗਈ ਹੈ। ਅੱਛਾ ਠੀਕ ਹੈ। ਮੈਂ ਬੜਾ ਪਰੇਸ਼ਾਨ ਰੋਣ ਹੀ ਲੱਗ ਪਿਆ ਇੱਕ ਸਾਥ ਦਾ ਕਿ ਸਰ ਜੀ ਆ ਕੀ ਮੇਰੇ ਕੋਲ, ਮੈਂ ਤੇ ਇਹਦੇ ਕੋਲ ਪੁੱਛ ਦੱਸ ਦੇ ਚੱਕਰਾਂ 'ਚ ਇਹਨੂੰ ਮਾਰ ਹੀ ਦਿੱਤਾ ਹੈ, ਬੜੀ ਵੱਡੀ ਗਲਤੀ ਹੋ ਗਈ ਹੈ। ਤੇ ਫਿਰ ਮੈਂ ਸੋਚੀ ਫਿਰ ਮੈਂ ਉਹਨੂੰ ਉਸੇ ਮੁੰਡੇ ਕੋਲ ਦੁਬਾਰਾ ਉਹਨੂੰ ਮੈਂ ਭੇਜ ਦਿੱਤਾ। ਮੈਂ ਕਿਹਾ ਤੂੰ ਜਾ ਯਾਰ, ਤੇਰੇ ਤੇ ਵੀ ਇਲਜ਼ਾਮ ਨਾ ਆ ਜਾਵੇ ਕੋਈ ਐਸੀ ਵੈਸੀ ਗੱਲ ਦਾ ਕਿ ਤੂੰ ਵੀ ਵਿੱਚ ਨਾਲ ਇਸ ਤਰ੍ਹਾਂ ਮੇਰੇ ਨਾਲ ਕਰਵਾਇਆ ਠੀਕ ਹੈ। ਉਹਨੂੰ ਮੈਂ ਭੇਜ ਦਿੱਤਾ। ਫਿਰ ਮੇਰਾ ਜ਼ੇਨ ਬਣਿਆ ਮੈਂ ਉਸੇ ਮੁੰਡੇ ਕੋਲ ਜਾਵਾਂ, ਉਹਦੇ ਕੋਲ ਸਹੀ ਮਸ਼ਵਰਾ ਲਵਾਂ ਕਿ ਯਾਰ ਹੁਣ ਮੈਂ ਇਹਦਾ ਕੀ ਕਰਾਂ ਲਾਸ਼ ਦਾ ਠੀਕ ਹੈ। ਮੈਂ ਉਸੇ ਮੁੰਡੇ ਕੋਲ ਗਿਆ। ਮੈਂ ਕਿਹਾ ਯਾਰ ਭਾਈ ਮੈਂ ਉਹਦਾ ਕੀ ਕਰਾਂ ਕੀ ਨਾ ਕਰਾਂ। ਉਹਨੇ ਇਹ ਗੱਲ ਕੀਤੀ ਕਿ ਤੂੰ ਨਾ ਸਾਰੀਆਂ ਗੱਲਾਂ ਛੱਡ। ਬੱਚਾ ਕਿੱਥੇ ਸੀ ਉਸ ਟਾਈਮ? ਬੱਚਾ ਉੱਥੇ ਹੀ ਛੱਡ ਜਾਂਦਾ? ਨਹੀਂ ਬੱਚਾ ਮੈਂ ਨਾਲ ਲੈ ਕੇ ਜਾਂਦਾ ਹੀ, ਫੀਟਰ ਨਾਲ ਫੜ ਕੇ ਜਾਂਦਾ ਸੀ। ਮੋਟਰਸਾਈਕਲ ਤੇ ਕਿ ਪੈਦਲ? ਪੈਦਲ। ਅੱਛਾ ਠੀਕ ਹੈ। ਉਸ ਤੋਂ ਬਾਅਦ ਮੈਂ ਉਸ ਮੁੰਡੇ ਕੋਲ ਗਿਆ ਸਰ ਜੀ। ਉਸ ਮੁੰਡੇ ਨੇ ਮੈਂ ਮਸ਼ਵਰਾ ਲਿਆ। ਮੈਂ ਕਿਹਾ ਭਾਈ ਕੀ ਕਰਾਂ ਯਾਰ, ਮੇਰਾ ਕੁਝ ਸਮਝ ਨਹੀਂ ਆ ਰਹੀ, ਮੇਰਾ ਦਿਮਾਗ ਇਸ ਟਾਈਮ ਨਾਲ ਫੁੱਲ ਪਤਾ ਨਹੀਂ ਕਿ ਘੁੰਮ ਗਿਆ ਹੈਗਾ। ਤੇ ਉਹਨੇ ਕਿਹਾ ਸਾਰਾ ਕੁਝ ਛੱਡ, ਵੱਡਿਆਂ ਤੋਂ ਇਲਾਵਾ ਕੋਈ ਨਹੀਂ ਕੁਝ ਦੱਸ ਸਕਦਾ, ਵੱਡੇ ਬਿਹਤਰ ਸੋਚਦੇ ਨੇ, ਤੂੰ ਵੱਡਿਆਂ ਕੋਲ ਜਾ ਕੇ ਇੱਕ ਵਾਰੀ ਆਪਣੀ ਮਾਂ ਕੋਲ ਨਾ ਇਸ ਤਰ੍ਹਾਂ ਗੱਲ ਕਰ। ਮੈਂ ਸਰ ਜੀ ਉਸੇ ਟਾਈਮ ਆਪਣੀ ਵਾਲਦਾ ਕੋਲ ਗਿਆ ਵਾਂ ਉਸ ਮੁੰਡੇ ਨੂੰ ਚੌਥੇ ਹੀ ਛੱਡ ਕੇ। ਮੈਂ ਵਾਲਦਾ ਆਪਣੀ ਨੂੰ ਬੁਲਾਇਆ। ਮੈਂ ਕਿਹਾ ਮਾਂ ਜੀ, ਗਲੀ ਦੇ ਵਿੱਚ ਬੁਲਾਇਆ ਠੀਕ ਹੈ। ਮੈਂ ਕਿਹਾ ਮਾਂ ਜੀ ਇਸ ਤਰ੍ਹਾਂ ਮੇਰੇ ਕੋਲ ਹੋ ਚੁੱਕਿਆ। ਮਾਂ ਮੇਰੀ ਨੇ ਪਹਿਲੇ ਯਕੀਨ ਨਹੀਂ ਮੰਨਿਆ। ਉਹਨੇ ਕਿਹਾ ਨਹੀਂ ਤੂੰ ਝੂਠ ਬੋਲ ਰਿਹਾ ਬਗੈਰ ਤਾਂ ਇਸ ਤਰ੍ਹਾਂ ਦੀ ਗੱਲ ਨਹੀਂ ਕਰੀ ਦੀ। ਮੈਂ ਕਿਹਾ ਨਹੀਂ ਮਾਂ ਜੀ ਇਹਦੇ ਨਾਮ ਕੀ, ਵਾਕਈ ਇਸ ਤਰ੍ਹਾਂ ਮੇਰੇ ਕੋਲ ਹੋ ਗਿਆ। ਮਾਂ ਮੇਰੀ ਉੱਥੇ ਰੋਣ ਲੱਗ ਪਈ ਕਿ ਤੂੰ ਇਹ ਕੀ ਕੀਤਾ। ਅੱਛਾ ਠੀਕ ਹੈ। ਉਸ ਤੋਂ ਬਾਅਦ ਉਹਨੇ ਨਾ ਭਰਜਾਈ ਨੂੰ, ਮਾਂ ਮੇਰੀ ਨੇ ਜਾ ਕੇ ਦੱਸਿਆ ਹੈਗਾ ਕਿ ਇਸ ਤਰ੍ਹਾਂ ਕਰਕੇ ਆਪਣਾ ਇਹਨੇ ਮੈਵਿਸ਼ ਨੂੰ ਮਾਰ ਦਿੱਤਾ ਹੈਗਾ ਠੀਕ ਹੈ। ਤੇ ਭਰਜਾਈ ਮੇਰੀ ਉਹਦੀ ਕਜ਼ਨ ਹੈਗੀ ਸੀ ਸਕੀ ਠੀਕ ਹੈ। ਉਹ ਵੀ ਉੱਚੀ ਆਵਾਜ਼ ਨਾਲ ਰੋਣ ਲੱਗ ਪਈ। ਅੰਮੀ ਮੇਰੀ ਨੇ ਕਿਹਾ ਇੱਕ ਵਾਰੀ ਚੁੱਪ ਕਰ, ਉੱਥੇ ਜਾਂਦੇ ਆ, ਜਾ ਕੇ ਵੇਖਦੇ ਆ ਕੀ ਹਿਸਾਬ ਹੈ ਕੀ ਨਹੀਂ ਠੀਕ ਹੈ। ਫਿਰ ਭਰਜਾਈ ਮੇਰੀ ਨੇ ਕਿਹਾ ਇੱਕ ਮਿੰਟ ਮੈਂ ਆਪਣੇ ਬੰਦੇ ਨੂੰ ਫੋਨ ਕਰਨਾ, ਭਾਈ ਮੇਰੇ ਨੂੰ ਠੀਕ ਹੈ। ਉਹ ਕੰਮ ਤੇ ਹੈਗਾ ਸੀ, ਜੀ ਸਪੋਰਟ ਤੇ ਲੱਗਾ ਹੋਇਆ। ਉਹ ਫਿਰ ਹਮਸਾਈ ਨੇ ਕਿਹਾ ਕਿ ਇਹਨੂੰ ਇੱਕ ਵਾਰੀ ਨਾ ਹਸਪਤਾਲ ਲੈ ਕੇ ਜਾਓ ਤੁਸੀਂ। ਲਗੇ? ਹਾਂਜੀ ਹਸਪਤਾਲ। ਉਸ ਤੋਂ ਬਾਅਦ ਇਸ ਤਰ੍ਹਾਂ ਲੈ ਕੇ ਗਏ ਕਿ ਰਕਸ਼ਾ ਕਰਾਇਆ ਸਰ ਜੀ।
ਰਕਸ਼ਾ ਕਿਹੜੇ ਕਰਾਉਣ ਹਸਪਤਾਲ? ਹਾਂਜੀ ਨੂਰ ਹਸਪੀਟਲ ਲੈ ਕੇ ਗਏ ਆ ਪਹਿਲੇ Private ਹੈ? ਅਵਾਨਟੋਨ ਜਿਹੜਾ ਹੈ ਨਹੀਂ ਹੈ ਸਰਕਾਰੀ? ਪਤਾ ਨਹੀਂ ਗਵਰਨਮੈਂਟ ਹੈ ਕਿ ਅੱਛਾ, ਸਰਕਾਰੀ। ਫਿਰ ਉੱਥੇ ਕੀ ਹੋਇਆ? ਉੱਥੇ ਉਹਨੂੰ ਚੈੱਕ ਕਰਵਾਇਆ, ਉਹਨਾਂ ਨੇ ਕਿਹਾ ਡੈਥ ਹੈਗੀ ਹੈ। ਠੀਕ ਹੈ ਸਰ ਜੀ। ਪੁਲਿਸ ਨੇ ਬੁਲਾਈ ਉਹਨਾਂ ਨੇ ਉੱਥੇ? ਜੀ ਨਹੀਂ ਸਰ ਜੀ, ਅੱਛਾ, ਵਾਪਸ ਲੈ ਆਏ? ਨਹੀਂ ਵਾਪਸ ਨਹੀਂ। ਉਥੋਂ ਜਦੋਂ ਜਵਾਬ ਮਿਲਿਆ ਤੇ ਸਰ ਜੀ ਫਿਰ ਮਨਸੂਰੇ ਹਸਪੀਟਲ ਐਸ ਚਲੇ ਆਏ। ਤੇ ਮਨਸੂਰੇ ਹਸਪੀਟਲ ਵਾਲਿਆਂ ਨੇ ਉਹ ਕਲਿੱਪਿੰਗ ਜਿਹੜੀ ਹੁੰਦੀ ਨਹੀਂ ਉਹ ਲਾਈ ਸਰ ਜੀ, ਉੱਤੇ ਬਾਜ਼ੂਆਂ ਨੂੰ ਵੀ ਲਾਈ ਤੇ ਲੱਤਾਂ ਨੂੰ ਵੀ ਲਾਈ ਸਰ ਜੀ। ਉਹਨਾਂ ਨੇ ਵੇਖਿਆ ਕਿ ਨਹੀਂ ਸੀ ਚੱਲ ਰਹੀਆਂ, ਉਹ ਨਾੜਾਂ ਵਗੈਰਾ ਆਉਂਦੀਆਂ ਸਭ ਸਮਝ ਲਓ ਕਿੰਨੇ ਕਿ ਘੰਟੇ ਹੋ ਗਏ ਸੀ ਮਰੀ ਨੂੰ? ਤਕਰੀਬਨ 4 ਤੋਂ 5 ਘੰਟੇ ਹੋ ਮਤਲਬ ਚੁੱਕੇ ਸੀ। 4-5 ਘੰਟੇ ਬਾਅਦ ਖਿਆਲ ਆਇਆ ਹਸਪਤਾਲ ਜਾਣ ਦਾ? ਨਹੀਂ 2-3 ਘੰਟਿਆਂ ਬਾਅਦ ਅੱਛਾ ਉਦੋਂ। ਅੱਛਾ, ਹੁਣ ਕਤਲ ਦੀ ਸਜ਼ਾ ਕੀ ਹੋਣੀ ਚਾਹੀਦੀ ਤੈਨੂੰ? ਤੂੰ ਕੁੜੀ ਮਾਰਤੀ, ਕਿਸੇ ਦੀ ਧੀ ਸੀ, ਕਿਸੇ ਦੀ ਭੈਣ ਵੀ ਹੋਏਗੀ, ਹੈਗੀ ਸੀ, ਜੀ ਤੇਰੀ ਵੀ ਭੈਣ ਹੈ, ਜੀ ਕੀ ਸਜ਼ਾ ਹੋਣੀ ਚਾਹੀਦੀ ਤੈਨੂੰ? ਸਜ਼ਾ ਕੀ ਮਿਲਣੀ ਚਾਹੀਦੀ ਹੈ ਦੱਸ? ਸਰ ਜੀ ਬਸ ਗਲਤੀ ਹੋ ਗਈ। ਮਾਫੀ ਹੋ ਜਾਣੀ ਚਾਹੀਦੀ ਤੈਨੂੰ, ਹੈ ਮਾਫੀ ਮਿਲ ਜਾਵੇ ਤੈਨੂੰ, ਸਜ਼ਾ ਤੇ ਮਿਲੇਗੀ ਨਾ। ਕਤਲ ਕੀਤਾ ਹੈ ਨਾ, ਜੀ ਸਰ। ਗਲਤੀ ਕੀਤੀ, ਜੀ ਸਰ। ਗੁਨਾਹ ਹੈਗਾ, ਤੇ ਸਜ਼ਾ ਵੀ ਦੱਸ ਦੀ ਕੀ ਹੋਣੀ ਚਾਹੀਦੀ ਤੈਨੂੰ, ਆਪਣੇ ਵੱਲੋਂ ਦੱਸ। ਕਮ ਸੇ ਕਮ ਕੀ ਸਜ਼ਾ ਹੋਣੀ ਚਾਹੀਦੀ? ਤੂੰ, ਤੇਰਾ ਦਿਲ ਕੀ ਕਹਿੰਦਾ ਹੈ, ਜ਼ੇਨ ਕੀ ਕਹਿੰਦਾ ਹੈ, ਕੀ ਸਜ਼ਾ ਮਿਲਣੀ ਚਾਹੀਦੀ? ਗਲਤ ਕੰਮ ਕੀਤਾ ਹੈ ਕਿ ਨਹੀਂ? ਜੀ ਸਰ ਕੀਤਾ ਕੀਤਾ ਹੈ? ਤੇ ਲੇਕਿਨ ਦੱਸ ਫਿਰ ਸਰ ਸਜ਼ਾ ਜੀ, ਕੀ ਹੋਣੀ ਮੈਂ ਗੈਰੇਜ ਚਾਹੀਦੀ? 'ਚ ਆ ਗਿਆ ਸਰ ਜੀ, ਕੀਤਾ ਹੈ ਗੈਰੇਜ 'ਚ ਆ। ਤੇਰੀ ਮਾਫੀ ਹੈ ਗੈਰਤ ਦੇ ਵਿੱਚ? ਮੈਨੂੰ ਦੱਸ ਕਿਹੜੇ ਕਾਨੂੰਨ 'ਚ ਲਿਖਿਆ ਕਿ ਗੈਰਤ ਦੇ ਵਿੱਚ ਤੁਸੀਂ ਬੰਦਾ ਮਾਰ ਦਵੋ, ਆਪਣੀ ਬੀਵੀ ਮਾਰ ਦਵੋ, ਕਿਸੇ ਨੂੰ ਮਾਰ ਦੋ? ਕਿੱਥੇ ਇਜਾਜ਼ਤ, ਕਤਲ ਦੀ ਇਜਾਜ਼ਤ ਕਿੱਥੇ ਹੈ? ਕਿੰਨੇ ਤੈਨੂੰ ਦੱਸਿਆ ਕਿਸੇ ਨੇ ਕਿ ਗੈਰਤ ਦੇ ਵਿੱਚ ਇਜਾਜ਼ਤ ਹੈਗੀ? ਨਹੀਂ ਮਾਰਨਾ ਨਹੀਂ ਚਾਹੀਦਾ ਨਹੀਂ ਚਾਹੀਦਾ ਨਾ ਸਰ ਜੀ, ਲੇਕਿਨ ਮੈਂ ਆਪਣੇ ਵੱਲੋਂ ਮਾਰਨ ਦੀ ਪੂਰੀ ਕੋਸ਼ਿਸ਼ ਨਹੀਂ ਸੀ ਕੀਤੀ ਹੈਗੀ। ਮੈਂ ਸਿਰਫ ਮਾਰ ਕੋਟੇ ਸੇ ਲਈ ਤੇ ਰਿਹਾ ਹੁਣ ਮਰ ਗਈ। ਕਿ ਮੁੰਡਾ ਮੈਨੂੰ ਦੱਸ ਦੇ। 10 ਘੰਟੇ ਤੱਕ ਤੇਰੇ ਬਕੌਲ ਤੂੰ ਵਹਿਸ਼ੀਆਨਾ ਤਸ਼ੱਦਦ ਕਰਦਾ ਰਿਹਾ, ਬਾਹਾਂ ਤੇ ਤੂੰ ਉਹਦੇ ਤਸ਼ੱਦਦ ਕੀਤਾ, ਲੱਕ ਦੇ ਵਿੱਚ ਤੂੰ ਉਹਦੇ ਉਹ ਵੱਡੀਆਂ ਜਿਹੜੀਆਂ ਹੈਗੀਆਂ ਉਹ ਮਾਰਦਾ ਰਿਹਾ, ਇਲਾਕੇ 'ਚ ਸੀਖਾਂ। ਨਹੀਂ ਮਾਰੇ। ਤੂੰ ਹਰ ਜਗ੍ਹਾ ਤੇ ਉਹਦੇ ਤਸ਼ੱਦਦ ਕੀਤੇ, ਉਹਦੇ ਜਿਸਮ ਤੇ ਨਿਸ਼ਾਨ ਵੇਖ ਕਿਸ ਤਰ੍ਹਾਂ ਤੂੰ ਨਿਸ਼ਾਨ ਪਾਏ ਐ। 10 ਘੰਟੇ ਤੱਕ ਮਾਰਦੇ ਰਹੋ ਤੇ ਇਹਦਾ ਮਤਲਬ ਹੈ ਤੂੰ ਉਹਨੂੰ ਮਾਰਨਾ ਨਹੀਂ ਚਾਹੁੰਦਾ ਸੀ? ਨਹੀਂ ਸਰ, ਅੱਛਾ, ਮੈਂ ਜ਼ਿੰਦਾ ਸਰ ਦੇ ਰੱਖਣਾ ਕੋਲ ਸੀ। ਪੁੱਛ ਰਿਹਾ ਸੀ ਸਰ ਜੀ। ਮੈਂ ਲੱਤਾਂ ਤੂੰ ਕਿਹਾ ਮੈਂ ਪਹਿਲੇ ਤੋੜੀਆਂ? ਸਰ ਜੀ ਮੈਂ ਦਨਾਮ ਕੀ ਇਸੇ ਲਈ ਤੋੜੀਆਂ ਸੀ ਕਿ ਇਹ ਨਸੀ ਕਿਉਂ ਹੈ। ਅੱਛਾ, 10 ਘੰਟੇ ਤੱਕ ਤੈਨੂੰ ਅਗਰ ਮਾਰ ਪਵੇ ਜਾਂ ਤੂੰ ਉਹਨੂੰ ਮਾਰਿਆ ਤੇ ਬਚ ਜਾਏਗਾ ਤੂੰ ਜ਼ਿੰਦਾ? ਨਹੀਂ ਸਰ ਮਰ ਗਿਆ। ਮਰ ਜਾਏਗਾ। ਹਾਂਜੀ ਤੇ ਉਹ ਤੇ ਕੁੜੀ ਸੀ। ਹਾਂਜੀ ਤੇ ਹੁਣ ਦੱਸ ਤੇਰੀ ਸਜ਼ਾ ਕੀ ਹੋਣੀ ਚਾਹੀਦੀ ਏ? ਸਰ ਜੀ ਦੇ ਹੈ ਦੇ ਮੈਂ ਦੇਣੀ? ਅਦਾਲਤਾਂ ਨੇ ਦੇਣੀ ਹੈ ਪੁੱਤਰ, ਅਦਾਲਤਾਂ ਨੇ ਦੇਣੀ ਹੈ। ਵੈਸੇ ਤੇਰੀ ਸਜ਼ਾ ਕੀ ਹੋਣੀ ਚਾਹੀਦੀ? ਸਰ ਮੇਰੇ ਕੋਲ ਗਲਤੀ ਹੋ ਗਈ, ਮਾਫੀ ਚਾਹੁੰਦਾ। ਗਲਤੀ 10 ਘੰਟੇ ਤੱਕ ਤੂੰ ਮਾਰਦਾ ਰਿਹਾ ਉਹਨੂੰ, ਤੂੰ ਮੁxtਲਿਫ ਜਗ੍ਹਾ ਤੇ ਉਹਦੇ ਕੋਲ ਕੰਮ ਵੀ ਕਰਵਾਉਂਦਾ ਰਿਹਾ, ਸਭ ਕੁਝ ਕਰਦਾ ਰਿਹਾ ਨਾ, ਤੂੰ ਹਜੇ ਤੱਕ ਉਸ ਸਿਰਫ ਬੰਦੇ ਤੱਕ ਤੂੰ ਪਹੁੰਚ ਸਕਿਆ। ਤੇਰੀ ਗੱਲ ਤੇ ਝੂਠ ਵੀ ਹੋ ਸਕਦੀ ਹੈ ਜਿਹੜੀ ਨਹੀਂ ਤੂੰ ਬੋਲ ਰਿਹਾ। ਸਰ ਸੱਚ ਹੋਏਗੀ। ਸਿਰਫ ਉਹ ਪੰਜ ਤੇਰੇ ਇਲਾਵਾ ਗਵਾਹ ਕੌਣ ਹੈ ਕਿ ਮੁੰਡਾ ਉਸ ਦਿਨ ਉਹਦੇ ਨਾਲ ਸੀ? ਸਰ ਸਿਰਫ ਉਹ ਗੁੱਡੀਆਂ ਲੱਭ ਜਾਣ, ਗਵਾਹ ਵੀ ਮਿਲ ਜਾਏਗਾ ਸਭ ਉਹ ਕੁਛ। ਗੁੱਡੀਆਂ ਦਾ ਕੀ ਤਲਕ ਹੈ ਇਹਦੇ ਨਾਲ? ਸਰ ਜੀ ਸਭ ਕੁਝ ਤੱਲੇ ਕਿ ਉਹ ਮੁੰਡੇ ਘਲਾਉਂਦੀਆਂ ਸੀ, ਮੁੰਡੇ ਨਾਲ ਚਲਵਾਉਂਦੀਆਂ ਸੀ ਸਭ ਕੁਝ। ਮਾਂ ਚਲਵਾਉਂਦੀ ਰਹੀ ਖੁਦ। ਤੂੰ ਵੇਖਿਆ? ਮਾਂ ਜੀ ਪਹਿਲੇ ਵੀ ਵੇਖਿਆ ਆਪਣੀ ਮਾਂ ਬੀਵੀ ਨੂੰ? ਮਾਂ ਪਨਵਈਏ ਜਦੋਂ ਮੇਰਾ ਪਨਵਈਏ ਨੇ ਉਹਨੂੰ ਫੜਿਆ ਸੀ ਫੋਨ ਦੇ ਉੱਤੇ, ਠੀਕ ਹੈ, ਮੇਰੇ ਪਨਵਈਏ ਨੇ ਉਹਨੂੰ ਕੁੱਟ ਕੁੱਟ ਪਾਗਲ ਕਰ ਦਿੱਤਾ ਸੀ। 3 ਘੰਟੇ ਬੇਹੋਸ਼ ਮੇਰੀ ਬੀਵੀ ਨੂੰ, ਅੱਛਾ, ਠੀਕ ਹੈ। ਪਨਵਈਏ ਮੇਰੇ ਤੂੰ ਨੂੰ ਪਹਿਲੇ ਵੀ ਵੇਖਿਆ ਸੀ ਇਹਨਾਂ ਮੁੰਡਿਆਂ ਦੇ ਨਾਲ? ਨਹੀਂ, ਮੈਨੂੰ ਤੇ ਬਦਨਾਮ ਕੀ ਦੱਸਿਆ ਗਿਆ ਸੀ। ਕਿੰਨੇ ਦੱਸਿਆ? ਮੇਰੀ ਭੈਣ ਨੇ ਦੱਸਿਆ ਸੀ। ਅੱਛਾ, ਠੀਕ ਹੈ, ਉਹਨਾਂ ਨੂੰ ਪਤਾ ਵੀ ਸੀ ਇਸ ਗੱਲ ਦਾ ਕਿ ਇਸ ਤਰ੍ਹਾਂ ਦੀ ਹੈਗੀ ਹੈ, ਲੇਕਿਨ ਸਰ ਉਹਨਾਂ ਨੇ ਮੇਰਾ ਵਿਆਹ ਉਹਦੇ ਨਾਲ ਕਰ। ਉਹ 5 ਔਰਤਾਂ ਵੇਖੀਆਂ ਤੂੰ? ਹਾਂਜੀ ਵੇਖ। ਉਹ ਮੁੰਡੇ ਵੀ ਲੈ ਕੇ ਆਈਆਂ ਸੀ? ਉਹ ਮੁੰਡੇ ਵੀ ਵੇਖੇ? ਮੁੰਡੇ ਵੀ ਸਰ ਜੀ ਆ ਜਾਣਗੇ ਜੀ ਅਗਰ 5 ਔਰਤਾਂ ਆਈਆਂ। बकायदा तौर पे कोई गल जड़ी है तेरी समझ तो नहीं आ रही। नाज़रीन, ये वो मुल्जिम है जिसने अपनी बीवी को वहशियाना तशद्दुद करके कत्ल किया, और वही जो एक रिवायती सा एक मुआशरा, हमारे मुआशरे में एक बात सुनी जाती है, कही जाती है कि गैरत के नाम पर कत्ल कर दिया, और गैरत के नाम पर कत्ल करना एक अवार्ड समझा जाता है, एक स्टार जैसे किसी को लग जाते हैं कि गैरत के नाम पर उसने अपनी बीवी को मौत के घाट उतार दिया है। तो अब इसकी गैरत का तकाजा ये है कि अपनी बीवी से मुख्तलिफ मुकामात पर मजदूरी भी करवाता रहा, काम भी करवाता रहा। अब ये कितना का गैरतमंद है जिस तरह आपने ये सारी इसकी गुफ्तगू सुनी, और साथ ही साथ ये भी एक काबिल जिक्र बात है कि जिस तरह इसने अपनी बीवी को 10 घंटे तक वहशियाना तशद्दुद का निशाना बनाया, उसके बाद उसकी लाश को मुख्तलिफ जगह पर लेकर घूमता रहा, और इस सारे ड्रामे से बचने के लिए, सारे परेशानी से बचने के लिए मुख्तलिफ किस्म के ड्रामे किए गए। अब ये इतराफ़ जुर्म कर चुका है। अब
अदालतों ने तो सजा देनी है, लेकिन इन जैसे लोगों के लिए ये बात भी बहुत अहम है कि ये समझते हैं कि जो गैरत के नाम पर कत्ल होता है उसकी सजा नहीं मिलती। ऐसे लोगों को इबरत का निशान बनाना चाहिए जो किसी को जिंदगी छीन लेते हैं किसी भी शुबे के तहत, क्योंकि इसके अलावा किसी ने उस खातून को कभी कुछ करते देखा नहीं। जो कुछ ये कह रहा है ये इसी के बयानात हैं और कोई गवाह भी नहीं इस मौजूद। ये मुल्जिम है, ये कुछ भी कह सकता है, लेकिन इस तरह के मुल्जिमान जो गैरत के नाम पर कत्ल करने के बाद अपने स्टार्स भी बढ़ाते हैं और शरीके और इस तरह की रिवायती बातें करते हुए भी दिखाई देते हैं, आखिरकार पुलिस की गिरफ्त में भी आ जाते हैं और उनको किए की सजा भी मिलेगी। हम भी दुआ गो हैं कि इसको सख्त से सख्त सजा दी जाए ताकि आइंदा ऐसा करते हुए कोई भी ऐसा जानवर 1000 बार से। हमारे मुआशरे में हर रोज हजारों महविश पुकारती, चिल्लाती और सदा लगाती हुई दिखाई देती हैं, मगर सद अफसोस के हमारे कानों पर जूं तक नहीं रेंगती। क्या हम एक मुर्दा मुआशरा हैं? फैसला आप खुद करें। अपने इर्द गिर्द होने वाले जुर्म को फौरी 155 पर रिपोर्ट कीजिए। अपने मेजबान सलमान कुरैशी को इजाजत दीजिए। अल्लाह ने के बाद।